ਮਹੀਨਾ ਕੈਨੇਡਾ ਦੇ ਵਿੱਚ ਸਿੱਖ ਹੈਰੀਟੇਜ ਮੰਥ ਵਜੋਂ ਮਨਾਇਆ ਜਾਂਦਾ ਹੈ। ਸਿੱਖ ਕਮਿਊਨਿਟੀ ਵੱਲੋਂ ਹਰ ਖੇਤਰ 'ਚ ਆਪਣੀ ਵੱਖਰੀ ਛਾਪ ਛੱਡੀ ਗਈ ਹੈ, ਪਰ ਇਹ ਸਫ਼ਰ ਇੰਨਾ ਸੌਖਾ ਨਹੀਂ ਸੀ। ਬੇਸ਼ੱਕ ਕੈਨੇਡਾ 'ਚ ਰਹਿਣ ਵਾਲੇ ਬਹੁਤ ਸਾਰੇ ਭਾਈਚਾਰਿਆਂ ਨਾਲ ਸੰਬੰਧਿਤ ਫੋਰਸਸ ਬ੍ਰਿਟਿਸ਼ਰਸ ਲਈ ਸੰਸਾਰ ਜੰਗਾਂ 'ਚ ਲੜੇ ਅਤੇ ਸਿੱਖ ਫੌਜੀਆਂ ਦੀ ਭੂਮਿਕਾ ਵੀ ਇਸ ਵਿੱਚ ਬਹੁਤ ਅਹਿਮ ਰਹੀ, ਪਰ ਸਾਊਥ ਏਸ਼ੀਅਨ ਲੋਕਾਂ ਵਾਂਗ ਸਿੱਖ ਕਮਿਊਨਿਟੀ ਨੂੰ ਵੀ ਵੋਟ ਦੇ ਹੱਕ ਦੇ ਅਧਿਕਾਰ ਲਈ, ਬਰਾਬਰੀ ਦੇ ਹੱਕਾਂ ਲਈ ਤੇ ਰੇਸਿਜ਼ਮ ਦੇ ਵਿਰੁੱਧ ਲੰਮੀ ਲੜਾਈ ਲੜਨੀ ਪਈ। ਬਜ਼ੁਰਗਾਂ ਦੀ ਘਾਲਣਾ ਸਦਕਾ ਅੱਜ ਸਿੱਖ ਕਮਿਊਨਿਟੀ ਕੈਨੇਡਾ 'ਚ ਖਾਸ ਤੇ ਬੜਾ ਅਹਿਮ ਸਥਾਨ ਰੱਖਦੀ ਹੈ। ਅਪ੍ਰੈਲ ਮਹੀਨੇ ਨੂੰ ਸਿੱਖ ਹੈਰੀਟੇਜ ਮੰਥ ਵਜੋਂ ਮਨਾਉਣ ਦੀ ਸ਼ੁਰੂਆਤ 2013 'ਚ ਓਨਟਾਰੀਓ ਤੋਂ ਹੋਈ, ਜਿੱਥੇ ਉਸ ਸਮੇਂ ਦੇ MPP ਤੇ ਮੌਜੂਦਾ NDP ਲੀਡਰ ਜਗਮੀਤ ਸਿੰਘ ਵੱਲੋਂ ਮਤਾ ਪੇਸ਼ ਕੀਤਾ ਗਿਆ। ਇਸ ਦੇ ਬਾਅਦ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 2018, ਐਲਬਰਟਾ 'ਚ 2017 ਵਿੱਚ ਸਿੱਖ ਹੈਰੀਟੇਜ ਮੰਥ ਮਨਾਉਣ ਦੀ ਸ਼ੁਰੂਆਤ ਕੀਤੀ ਗਈ, ਜਦਕਿ ਕਿਸੇ ਵੀ ਮੁਲਕ ਦੀ ਵਿਧਾਨ ਸਭਾ ਦੇ ਬਾਹਰ ਪਹਿਲੀ ਵਾਰ ਕੇਸਰੀ ਨਿਸ਼ਾਨ ਸਾਹਿਬ ਵੀ ਓਨਟਾਰੀਓ ਦੇ ਵਿੱਚ 2016 'ਚ ਚਲਾਇਆ ਗਿਆ। Gore Moulton on a point of order. Thank you very much, Mr. Speaker. This is a point of order. Mr. Speaker, I believe we have unanimous consent to put forward a motion without notice regarding the ceremonial flagpole at the legislature. The members seeking unanimous consent put forward a motion without notice. Do we agree? Agreed. 2016 ਦਾ ਉਹ ਸਮਾਂ ਜਦੋਂ ਕੈਨੇਡਾ ਦੇ ਇੱਕ ਸੂਬੇ ਦੀ ਵਿਧਾਨ ਸਭਾ ਦੇ ਬਾਹਰ ਪਹਿਲੀ ਵਾਰ ਕੇਸਰੀ ਨਿਸ਼ਾਨ ਝੁਲਾਇਆ ਜਾ ਰਿਹਾ ਸੀ, ਤਾਂ ਦੂਜੇ ਪਾਸੇ ਉਹ ਵੀ ਜ਼ਰੂਰ ਯਾਦ ਆ ਰਿਹਾ ਸੀ ਜਦੋਂ ਸਿੱਖ ਕਮਿਊਨਿਟੀ ਨੇ ਬਰਾਬਰਤਾ ਦਾ ਹੱਕ ਹਾਸਲ ਕਰਨ ਅਤੇ ਵੋਟ ਦਾ ਹੱਕ ਪ੍ਰਾਪਤ ਕਰਨ ਲਈ ਲੜਾਈ ਲੜੀ ਤੇ ਆਖਰਕਾਰ ਉਸ 'ਚ ਜਿੱਤ ਹਾਸਲ ਕੀਤੀ। ਜਦੋਂ ਸਾਡਾ ਭਾਈਚਾਰਾ ਕੈਨੇਡਾ 'ਚ ਆਇਆ, ਉਸ ਵੇਲੇ ਵੋਟ ਦਾ ਹੱਕ ਉਹਨਾਂ ਤੋਂ ਖੋਹ ਲਿਆ ਗਿਆ। ਉਹਨਾਂ ਦੇ ਉੱਪਰ ਕਈ ਤਰ੍ਹਾਂ ਦੀਆਂ ਬੰਦਿਸ਼ਾਂ ਲਾਈਆਂ ਗਈਆਂ। ਇੱਥੇ ਹੀ ਬਸ ਨਹੀਂ ਕਿ ਉਹਨਾਂ ਦੇ ਉੱਪਰ ਆਉਣ ਲਈ ਕਈ ਤਰ੍ਹਾਂ ਦੇ ਕੰਟੀਨਿਊਸ ਜਰਨੀ ਵਰਗੇ ਕਾਲੇ ਕਾਨੂੰਨ ਸਨ ਤੇ ਇੱਥੇ ਪਰਿਵਾਰ ਵਸਣ ਨਹੀਂ ਸਨ ਦਿੱਤੇ ਜਾ ਰਹੇ। ਇਹ ਸਾਰਾ ਆਧਾਰ ਇਸ ਕਿਸਮ ਦਾ ਸੀ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਕੈਨੇਡਾ ਦੇ ਵਿੱਚੋਂ ਸਾਨੂੰ ਬਾਹਰ ਕੱਢਿਆ ਜਾਏ, ਪਰ ਉਸ ਵੇਲੇ ਸਾਡੇ ਬਜ਼ੁਰਗਾਂ ਨੇ ਲੜਾਈ ਲੜੀ। ਹੌਂਡਰਸ ਭੇਜਿਆ ਜਾ ਰਿਹਾ ਸੀ, ਜਿੱਥੇ ਮੱਖੀਆਂ, ਮੱਛਰ ਤੇ ਹੋਰ ਬੜੀਆਂ ਮੁਸ਼ਕਲਾਂ ਦੇ ਦੌਰ ਦੇ ਵਿੱਚੋਂ ਦੀ ਲੰਘਣਾ ਪੈਣਾ ਸੀ, ਪਰ ਧੰਨ ਸਾਡੇ ਬਜ਼ੁਰਗ ਬਾਬੇ, ਸਾਡੇ ਪਾਇਨੀਅਰਸ ਜਿਹੜੇ ਕਿ ਉਸ ਵੇਲੇ ਲੜੇ, ਜਿਨ੍ਹਾਂ ਨੇ ਸੰਘਰਸ਼ ਕੀਤਾ ਤੇ ਇਹ ਸੰਘਰਸ਼ ਦੇ ਸਦਕਾ ਹੀ ਅਸੀਂ ਇੱਥੇ ਬੈਠੇ ਹਾਂ। ਇਹਦੇ ਕਾਰਨ ਹੀ ਸਾਡੇ ਪਰਿਵਾਰ ਇੱਥੇ ਬੈਠੇ ਨੇ। ਵੋਟ ਦਾ ਹੱਕ ਤਾਂ ਬੇਸ਼ੱਕ ਸਿੱਖ ਕਮਿਊਨਿਟੀ ਨੇ ਹਾਸਲ ਕਰ ਲਿਆ, ਪਰ ਫਿਲਹਾਲ ਪਹਿਚਾਣ ਅਤੇ ਰੇਸਿਜ਼ਮ ਵਿਰੁੱਧ ਲੜਾਈ ਲੜਨੀ ਬਾਕੀ ਸੀ, ਜਿਸ ਲਈ ਕਾਫੀ ਕੁਝ ਸਹਿ ਕੇ ਲੰਮਾ ਸਮਾਂ ਸਬਰ ਦਾ ਘੁੱਟ ਭਰਨਾ ਪਿਆ ਤੇ ਆਖਰਕਾਰ ਸਿੱਖ ਕਮਿਊਨਿਟੀ ਆਪਣਾ ਮੁਕਾਮ ਤੇ ਪਹਿਚਾਣ ਸਥਾਪਿਤ ਕਰਨ 'ਚ ਬਖੂਬੀ ਕਾਮਯਾਬ ਰਹੀ। ਸਾਡੇ ਬਜ਼ੁਰਗਾਂ ਨੇ 1907 ਦੇ ਵਿੱਚ ਇਹ ਦੁਖਾਂਤ ਦਾ ਸਾਹਮਣਾ ਕੀਤਾ, ਜਦੋਂ 27 ਮਾਰਚ 1907 ਤੋਂ ਉਹਨਾਂ ਦਾ ਵੋਟ ਦਾ ਹੱਕ ਖੋਹ ਲਿਆ ਗਿਆ। ਕਿਹਾ ਗਿਆ ਕਿ ਉਹ ਇੱਥੇ ਆ ਕੇ ਵਸਣਾ ਚਾਹੁੰਦੇ ਨੇ, ਇੱਥੇ ਆ ਕੇ ਮਾਹੌਲ ਖਰਾਬ ਕਰਦੇ ਨੇ, ਉਹਨਾਂ ਦਾ ਰਹਿਣ ਸਹਿਣ ਠੀਕ ਨਹੀਂ, ਉਹ ਲੜਾਈ ਝਗੜੇ ਵਾਲੇ ਲੋਕ ਨੇ। ਕਈ ਹੋਰ ਤਰ੍ਹਾਂ ਦੀਆਂ ਨਸਲੀ ਟਿੱਪਣੀਆਂ, ਇਹ ਨਸਲਵਾਦ ਦੇ ਖਿਲਾਫ ਸਾਡੇ ਬਜ਼ੁਰਗਾਂ ਨੇ ਲੜਾਈ ਲੜੀ। ਜਿਹੜੀ ਲੜਾਈ ਖਾਲਸਾ ਦੀਵਾਨ ਸੁਸਾਇਟੀ ਤੋਂ ਸ਼ੁਰੂ ਹੋਈ। ਇਹ ਲੜਾਈ ਭਾਈ ਭਾਗ ਸਿੰਘ ਜੀ, ਭਾਈ ਬਤਨ ਸਿੰਘ ਜੀ, ਭਾਈ ਬਲਵੰਤ ਸਿੰਘ ਜੀ ਅਤੇ ਅਨੇਕਾਂ ਹੋਰਨਾਂ ਨੇ ਸਾਂਝੇ ਤੌਰ 'ਤੇ ਲੜੀ ਅਤੇ ਬਾਅਦ ਦੇ ਵਿੱਚ ਚੱਲਦਿਆਂ ਭਾਈ ਨਗਿੰਦਰ ਸਿੰਘ ਜੀ, ਜਿਹੜੇ ਕਿ ਸੈਕਟਰੀ ਸਨ ਖਾਲਸਾ ਦੀਵਾਨ ਸੁਸਾਇਟੀ ਦੇ, 1947 ਦੇ ਵਿੱਚ 2 ਅਪ੍ਰੈਲ ਨੂੰ ਉਹਨਾਂ ਨੇ ਇਸ ਲੜਾਈ ਨੂੰ ਅਗਾਂਹ ਤੋਰਦੇ ਹੋਏ ਅਗਵਾਈ ਦੇ ਵਿੱਚ ਜਥੇਬੰਦੀ ਦੇ ਤੌਰ 'ਤੇ ਅਤੇ ਬਾਕੀ ਸਾਰੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਇਹ ਝੰਡਾ ਬਰਦਾਰ ਬਣੇ ਅਤੇ ਸੰਨ 1947 ਨੂੰ 2 ਅਪ੍ਰੈਲ ਨੂੰ ਵੋਟ ਦਾ ਹੱਕ ਸਾਨੂੰ ਮਿਲਿਆ। ਰੇਸਿਜ਼ਮ ਅਤੇ ਬਰਾਬਰਤਾ ਲਈ ਲੜਾਈ ਔਖੀ ਤੇ ਲੰਮੀ ਤਾਂ ਜ਼ਰੂਰ ਸੀ, ਪਰ 2016 ਦੇ ਵਿੱਚ ਕੈਨੇਡੀਅਨ ਪਾਰਲੀਮੈਂਟ ਹਿੱਲ ਉੱਤੇ ਮਨਾਇਆ ਗਿਆ ਖਾਲਸਾ ਸਾਜਨਾ ਦਿਵਸ ਦਾ ਦਿਹਾੜਾ ਅਤੇ ਪ੍ਰਧਾਨ ਮੰਤਰੀ ਵੱਲੋਂ ਬੋਲੇ ਅਲਫਾਜ਼ ਸਪਸ਼ਟ ਰੂਪ 'ਚ ਦਰਸਾ ਰਹੇ ਸਨ ਕਿ ਸਿੱਖ ਕਮਿਊਨਿਟੀ ਮਿਹਨਤੀ ਅਤੇ ਸੇਵਾ ਭਾਵਨਾ 'ਚ ਯਕੀਨ ਰੱਖਣ ਵਾਲੀ ਹੈ, ਜੋ ਕਿ ਕਮਿਊਨਿਟੀ ਦੀ ਸੇਵਾ ਦੇ ਨਾਲ-ਨਾਲ ਕੈਨੇਡੀਅਨ ਅਰਥਚਾਰੇ 'ਚ ਵੀ ਅਹਿਮ ਯੋਗਦਾਨ ਪਾ ਰਹੀ ਹੈ। As Canadian Sikhs gather with their loved ones to mark the creation of the Khalsa, it is a chance to reflect on shared values and celebrate the successes of the past year. I know that these values, a dedication to community service and to the principles of equality, inclusion, and respect, serve as inspiration
to all Canadians. Sikhism values a commitment to honest hard work and volunteerism while ensuring equality for all. The Sangat here knows the value of hard work and understands the sacrifices that have been made so that future generations may have greater opportunities. The Sikh community in Canada is more than 100 years strong, and its members have always excelled in every field and sector. ਪਾਰਲੀਮੈਂਟ ਹਿੱਲ ਉੱਤੇ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀਆਂ ਰੌਣਕਾਂ ਪੁੱਜਣ ਲਈ ਕਾਫੀ ਲੰਮਾ ਸਮਾਂ ਲੱਗਾ, ਕਿਉਂਕਿ ਸਿੱਖ ਕਮਿਊਨਿਟੀ ਦੀ ਆਮਦ 1897 ਦੌਰਾਨ ਕੈਨੇਡਾ 'ਚ ਹੋਈ। ਕਾਮਾਗਾਟਾ ਮਾਰੂ ਜਿਹੀਆਂ ਦਰਦਨਾਕ ਘਟਨਾਵਾਂ ਵੀ ਸਿੱਖਾਂ ਦੀ ਘਾਲਣਾ ਤੇ ਇਤਿਹਾਸ ਦਾ ਅਹਿਮ ਹਿੱਸਾ ਨੇ। ਬਾਅਦ ਦੇ ਵਿੱਚ ਤੁਹਾਨੂੰ ਪਤਾ ਇੱਥੇ ਤਕਰੀਬਨ 1897 ਅਸੀਂ ਮੰਨ ਲੈਂਦੇ ਹਾਂ। ਹੋ ਸਕਦਾ ਉਸ ਤੋਂ ਪਹਿਲਾਂ ਵੀ ਕੁਝ ਲੋਕ ਇੱਥੇ ਆਏ ਹੋਣ, ਪਰ ਬਹੁਤ ਕੋਈ ਬਿਰਲਾ ਹੋਏਗਾ। 1897 'ਚ ਸਾਡੀ ਇੱਥੇ ਆਮਦ ਹੋਈ ਹੈ ਔਰ ਅਸੀਂ ਇੱਥੇ 1997 ਦੇ ਵਿੱਚ 100 ਸਾਲਾ ਵੀ ਸੈਲੀਬ੍ਰੇਟ ਕੀਤਾ ਸੀਗਾ। ਪਾਰਲੀਮੈਂਟ ਹਿੱਲ ਉੱਤੇ ਵਿਸਾਖੀ ਮਨਾਈ ਗਈ ਖਾਲਸਾ ਡੇ ਪਰੇਡ ਉੱਤੇ ਸਰੀ ਸ਼ਹਿਰ 'ਚ ਲੱਖਾਂ ਸੰਗਤਾਂ ਵੀ ਜੁੜਦੀਆਂ ਨੇ, ਪਰ ਸਿੱਖ ਕਮਿਊਨਿਟੀ ਅਤੇ ਗਦਰੀ ਬਾਬਿਆਂ ਨੇ ਪਹਿਲਾ ਗੁਰੂ ਘਰ ਖਾਲਸਾ ਦੀਵਾਨ ਸੁਸਾਇਟੀ 1906 ਵਿੱਚ ਸਥਾਪਿਤ ਕੀਤਾ ਤੇ ਪਹਿਲਾ ਨਗਰ ਕੀਰਤਨ 1979 ਵਿੱਚ ਕੱਢਿਆ ਗਿਆ, ਜਿੱਥੋਂ ਲੋਕਾਂ ਨੂੰ ਪਤਾ ਲੱਗਿਆ ਕਿ ਸਿੱਖ ਕਮਿਊਨਿਟੀ ਕੌਣ ਹੈ ਅਤੇ ਇਸ ਦਾ ਧਾਰਮਿਕ ਅਕੀਦਾ ਤੇ ਸੱਭਿਆਚਾਰ ਕੀ ਹੈ। ਸੋ 1906 ਦੇ ਵਿੱਚ ਖਾਲਸਾ ਦੀਵਾਨ ਸੁਸਾਇਟੀ ਕੈਨੇਡਾ ਦੇ ਵਿੱਚ ਮੋਢੀ ਤੌਰ 'ਤੇ ਸਥਾਪਿਤ ਹੋਈ। ਉਸ ਤੋਂ ਬਾਅਦ 1907 ਦੇ ਵਿੱਚ ਇਹ ਰਜਿਸਟਰਡ ਹੋਣ ਤੋਂ ਬਾਅਦ ਸੁਸਾਇਟੀ ਗੁਰਦੁਆਰਾ ਸਾਹਿਬ ਛੋਟੇ ਪੱਧਰ 'ਤੇ ਆਰੰਭ ਕੀਤਾ ਗਿਆ। ਬਾਅਦ ਦੇ ਵਿੱਚ ਜੋ ਇਹ ਗੁਰਦੁਆਰਾ ਵੱਡੇ ਪੱਧਰ 'ਤੇ ਆਰੰਭ ਹੋਇਆ, ਜੋ ਕਿ 2nd ਐਵੀਨਿਊ 'ਤੇ ਕੈਨੇਡਾ ਦਾ ਬਲਕਿ ਉੱਤਰੀ ਅਮਰੀਕਾ ਦਾ ਪਹਿਲਾ ਗੁਰਦੁਆਰਾ ਸੀ। ਇੱਥੇ ਸਭ ਤੋਂ ਪਹਿਲਾਂ ਇੱਕ ਛੋਟਾ ਜਿਹਾ ਨਗਰ ਕੀਰਤਨ ਕੀਤਾ ਸੀ, ਜਿਹੜੀ ਕੋਈ ਐਡੀ ਮਹੱਤਤਾ ਤਾਂ ਨਹੀਂ ਸੀਗੀ। ਉਹ ਇੱਥੇ ਬਾਬਾ ਮੀਆਂ ਸਿੰਘ ਹੋਰੀ ਆਏ ਸੀ, ਉਹਨਾਂ ਨੇ ਕੀਤੀ। ਪਰ 79 ਦੇ ਵਿੱਚ ਖਾਲਸਾ ਦੀਵਾਨ ਸੁਸਾਇਟੀ ਵੱਲੋਂ ਅਤੇ ਅਕਾਲੀ ਸਿੰਘ ਸੁਸਾਇਟੀ ਵੱਲੋਂ ਦੋਨਾਂ ਵੱਲੋਂ ਮਿਲ ਕੇ ਪਹਿਲਾ ਨਗਰ ਕੀਰਤਨ ਹੋਇਆ। ਪਹਿਲਾਂ ਗੁਰਦੁਆਰਿਆਂ ਦੇ ਵਿੱਚ ਕੋਈ ਪੋਲੀਟੀਸ਼ੀਅਨ ਬਹੁਤ ਘੱਟ ਆਉਂਦਾ ਸੀ, ਜੇ ਕੋਈ ਸੱਦੇ ਖਾਸ ਓਕੇਜ਼ਨ 'ਤੇ ਆਉਂਦਾ ਸੀ, ਵਰਨਾ ਨਹੀਂ ਸੀ ਆਉਂਦਾ ਕੋਈ ਵੀ। ਅਤੇ ਉਹਨਾਂ ਨੂੰ ਪਤਾ ਵੀ ਨਹੀਂ ਸੀ ਕਿ ਸਾਡੀ ਕਮਿਊਨਿਟੀ ਪਾਸ ਕਿਹੜੀ ਵੋਟਿੰਗ ਪਾਵਰ ਹੈ। ਇਹ ਤਾਂ ਬਹੁਤ ਵੱਡਾ ਇੱਕ ਵੋਟਿੰਗ ਬੈਂਕ ਹੈਗਾ। ਜਦੋਂ 79 ਦੇ ਵਿੱਚ ਪਹਿਲਾ ਨਗਰ ਕੀਰਤਨ ਹੋਇਆ, ਜਿਹਦਾ ਕਿ 4 ਸਾਲ ਬਾਅਦ ਉਹਦੀ ਜਿਹੜੀ ਪਰਮਿਟ ਵੀ ਆਉਂਦੀ ਰਹੀ, ਉਹ ਮੇਰੇ ਨਾਂ 'ਤੇ ਆਉਂਦੀ ਰਹੀ। ਹਾਲਾਂਕਿ ਮੈਂ ਸੇਵਕ ਜਾਂ ਸੇਵਾਦਾਰ ਅਤੇ ਖਾਲਸਾ ਦੀਵਾਨ ਸੁਸਾਇਟੀ ਦਾ ਸਿਹਰਾ ਤਾਂ ਉਹਨਾਂ ਨੂੰ ਹੀ ਜਾਂਦਾ ਸਾਰਾ, ਲੇਕਿਨ ਮੈਂ ਅੱਗੇ ਹੋ ਕੇ ਕੰਮ ਕਰਦਾ ਸੀ। ਸਾਰੀ ਆਫਿਸ ਐਡਮਿਨਿਸਟ੍ਰੇਸ਼ਨ ਦਾ ਸਾਰਾ ਸੈਟਅਪ ਦਾ ਸਿੱਧੀ ਕੋਰਸਪੋਂਡੈਂਸੀ ਸਾਰੀ ਮੈਂ ਹੋਲਡ ਕਰਦਾ ਸੀਗਾ। ਅਤੇ ਉਹ ਇਸ ਕਰਕੇ ਸਾਰਾ ਗੌਰਮੈਂਟ ਦੇ ਨਾਲ ਸਿਵਿਕ ਲੈਵਲ 'ਤੇ, ਪ੍ਰੋਵਿੰਸ਼ੀਅਲ ਲੈਵਲ 'ਤੇ, ਫੈਡਰਲ ਲੈਵਲ 'ਤੇ ਮੇਰੀ ਸਾਰੀ ਕਮਿਊਨੀਕੇਸ਼ਨ ਸੀ ਔਰ ਇਮੀਗ੍ਰੇਸ਼ਨ ਦੇ ਨਾਲ ਡਾਇਰੈਕਟਲੀ ਸੀਗੀ। ਇਸ ਕਰਕੇ ਉਸ ਨਗਰ ਕੀਰਤਨ ਤੋਂ 3-4 ਸਾਲਾਂ ਦੇ ਵਿੱਚ ਐਕਸਪੋਜ਼ਰ ਮਿਲਿਆ। ਉਹ ਐਕਸਪੋਜ਼ਰ ਤੋਂ ਗੋਰਿਆਂ ਜਿਹੜੀ ਕਮਿਊਨਿਟੀ ਇੱਥੇ ਜਿਹੜੀ ਹੈਗੀ ਹੈ, ਜਿਹਨੂੰ ਆਪਾਂ ਆਮ ਤੌਰ 'ਤੇ ਜਨਰਲ ਕਮਿਊਨਿਟੀ ਕਹਿ ਸਕਦੇ ਹਾਂ, ਓਵਰਆਲ ਕਮਿਊਨਿਟੀ, ਉਹਨਾਂ ਨੇ ਮਹਿਸੂਸ ਕੀਤਾ ਵੀ ਇਹ ਤਾਂ ਇੱਕ ਵੱਡਾ ਇੱਕ ਕਮਿਊਨਿਟੀ ਹੈ ਜਿੱਥੋਂ ਕਿ ਸਾਨੂੰ ਇੱਕ ਬੜੀ ਵੋਟਿੰਗ ਪਾਵਰ ਮਿਲ ਸਕਦੀ ਹੈ। ਉਹਦਾ ਫਲਸਰੂਪ ਤੁਸੀਂ ਅੱਜ ਦੇਖਦੇ ਹੋ ਕਿ ਨਗਰ ਕੀਰਤਨ ਦੀ ਸ਼ਕਲ ਜਿਹੜੀ ਹੈ, ਹੁਣ ਜਿਹੜਾ ਅਗਲੇ ਮਹੀਨੇ ਇੱਥੇ ਆਉਣੇ ਨਗਰ ਕੀਰਤਨ, ਉਹਦੇ ਵਿੱਚ 5 ਲੱਖ 6 ਲੱਖ ਬੰਦਾ ਵੀ ਇਕੱਠਾ ਹੋ ਸਕਦਾ ਹੈ। ਕੈਨੇਡਾ 'ਚ ਅੱਜ ਸੈਂਕੜੇ ਗੁਰੂ ਘਰ ਨੇ, ਲੱਖਾਂ ਦੀ ਗਿਣਤੀ 'ਚ ਸਿੱਖ ਕਮਿਊਨਿਟੀ ਰਹਿੰਦੀ ਹੈ, ਪਰ ਇਸ ਦੀ ਹੈਰੀਟੇਜ ਕੈਨੇਡਾ ਵਿੱਚ ਸੰਘਰਸ਼, ਜਿਸ ਦੀ ਗੱਲਬਾਤ ਅਸੀਂ ਕਰ ਰਹੇ ਹਾਂ, ਇਹ ਸਭ ਨੂੰ ਦੱਸਣਾ ਜ਼ਰੂਰੀ ਹੈ। ਇਸ ਲਈ 2019 'ਚ ਕੈਨੇਡੀਅਨ ਸੰਸਦ ਵੱਲੋਂ ਅਪ੍ਰੈਲ ਮਹੀਨੇ ਨੂੰ ਸਿੱਖ ਹੈਰੀਟੇਜ ਮੰਥ ਵਜੋਂ ਮਾਨਤਾ ਦਿੱਤੀ ਗਈ। ਇਸ ਸੰਬੰਧੀ ਬਿੱਲ ਬਿਨਾਂ ਕਿਸੇ ਵਿਰੋਧ ਦੇ ਪਾਸ ਹੋਇਆ। By thanking all members in this House for their support for this bill to have the month of April designated as Sikh Heritage Month. Yeas pour 273, distance 73, nays cont 0, Ocam. I declare the motion carried. ਬੇਸ਼ੱਕ ਅੱਜ ਸਿੱਖ ਕਮਿਊਨਿਟੀ ਕਿਸੇ ਜਾਣ ਪਹਿਚਾਣ ਦੀ ਮੁਹਤਾਜ ਨਹੀਂ ਹੈ। ਕੈਨੇਡਾ ਦੀ ਧਰਤੀ ਤੇ ਲੰਬਰ, ਸ਼ੌਰ ਮਿੱਲਾਂ ਅਤੇ ਫਾਰਮਾਂ ਵਿੱਚ ਕੈਨੇਡਾ ਦੀ ਧਰਤੀ ਤੇ ਆਪਣੀਆਂ ਜੜ੍ਹਾਂ ਲਗਾਉਣ ਵਾਲੀ ਗੌਰਵਮਈ ਇਤਿਹਾਸ ਵਾਲੀ ਸਿੱਖ ਕਮਿਊਨਿਟੀ ਨੇ ਮਿਹਨਤ ਮੁਸ਼ੱਕਤ ਨਾਲ ਆਪਣਾ ਲੋਹਾ ਮਨਵਾਇਆ ਅਤੇ ਹਰ ਖੇਤਰ 'ਚ ਆਪਣੀ ਛਾਪ ਛੱਡੀ। 1966 ਜਿਸ ਵਕਤ ਮੈਂ ਆਇਆ, ਪਹਿਲਾਂ ਸਾਨੂੰ ਜਿਹੜਾ ਮੈਨੂੰ ਮੌਕਾ ਮਿਲਿਆ ਇੱਥੇ ਆ ਕੇ
ਸੈਟਲ ਹੋਣ ਦਾ ਉਹ ਸੀਗੀ ਪ੍ਰਿੰਸ ਚੌਰ ਦੇ ਨੇੜੇ ਇੱਕ ਛੋਟੀ ਜਿਹੀ ਜਗ੍ਹਾ ਅਪਰ ਫਰੇਜ਼ਰ। ਉੱਥੇ ਇਹ ਬਹੁਤ ਵੱਡੀ ਮਿਲ ਸਾਈਟ ਸੀਗੀ ਜਿੱਥੇ ਇੱਕ ਨਾਰਥਵੁੱਡ ਮਿਲਸ ਦਾ ਲੌਗਿੰਗ ਡਿਵੀਜ਼ਨ ਅਤੇ ਸੌ ਮਿਲ ਸੀ ਜਿਹੜੀਆਂ ਕਿ 3 ਸ਼ਿਫਟਾਂ ਚੱਲਦੀਆਂ ਸੀ। ਕਲੋਜ਼ ਟੂ 300-400 ਆਦਮੀ ਜਿਹੜਾ ਸੀਗਾ ਡੇ ਐਂਡ ਨਾਈਟ ਉੱਥੇ ਕੰਮ ਕਰਦਾ ਸੀਗਾ। ਅਤੇ ਮੈਨੂੰ ਜਿਹੜੀ ਪਹਿਲੀ ਮੇਰੀ ਜੋਬ ਮਿਲੀ ਉੱਥੇ ਉਹ ਆਫਿਸ ਐਡਮਿਨਿਸਟ੍ਰੇਸ਼ਨ ਦੀ ਮਿਲੀ ਸੀਗੀ ਅਤੇ ਸਾਰਾ ਆਫਿਸ ਦਾ ਪੇਰੋਲ ਵਗੈਰਾ ਹਾਇਰਿੰਗ ਫਾਇਰਿੰਗ ਜਿਹੜੀ ਜਿੱਦਾਂ ਵੀ ਆਫਿਸ ਐਡਮਿਨਿਸਟ੍ਰੇਸ਼ਨ ਹੁੰਦੀ ਉਹਦਾ ਮੈਂ ਕੰਮ ਆ ਕੇ ਕੀਤਾ। ਬੇਸ਼ੱਕ ਸਿੱਖ ਕਮਿਊਨਿਟੀ ਦੀ ਕੈਨੇਡਾ 'ਚ ਆਮਦ 19ਵੀਂ ਸਦੀ ਦੀ ਸ਼ੁਰੂਆਤ ਵਿੱਚ ਹੋਈ, ਪਰ 1970 ਵਿੱਚ ਜਦੋਂ ਮਾਸ ਇਮੀਗ੍ਰੈਂਟਸ ਕੈਨੇਡਾ ਆਏ ਤਾਂ ਸਿੱਖ ਕਮਿਊਨਿਟੀ ਵੀ ਇਹਦਾ ਹਿੱਸਾ ਸੀ, ਜੋ ਕਿ ਇੰਡੀਆ, ਅਫਰੀਕਾ, ਸਿੰਗਾਪੁਰ ਅਤੇ ਵੱਖ-ਵੱਖ ਮੁਲਕਾਂ ਤੋਂ ਇੱਥੇ ਪਹੁੰਚੇ, ਜਿੱਥੇ ਰੇਸਿਜ਼ਮ ਦਾ ਸਾਹਮਣਾ ਵੀ ਕਰਨਾ ਪਿਆ ਤੇ ਇਹ ਵੀ ਦੱਸਣ ਲਈ ਮੁਸ਼ੱਕਤ ਕਰਨੀ ਪਈ ਕਿ ਸਿੱਖ ਇੱਕ ਵੱਖਰੀ ਕੌਮ ਹੈ। ਲੇਕਿਨ 70s ਦੇ ਵਿੱਚ ਜ਼ਿਆਦਾ ਇਮੀਗ੍ਰੇਸ਼ਨ ਹੋਈ ਹੈ ਔਰ ਉਸ ਵਕਤ ਜਦੋਂ ਉਸ ਵਕਤ ਜਿਸ 70s ਦੇ ਵਿੱਚ ਤਕਰੀਬਨ ਇਤਨੀ ਜ਼ਿਆਦਾ ਨਹੀਂ ਸੀ ਸ਼ੁਰੂਆਤ ਦੇ ਵਿੱਚ, ਲੇਕਿਨ ਬਾਅਦ ਵਿੱਚ ਕਾਫੀ ਡਿਸਕ੍ਰਿਮੀਨੇਸ਼ਨ ਲੋਕਾਂ ਦੇ ਜਿਹੜੇ ਘਰਾਂ ਦੇ ਉੱਤੇ ਪੱਥਰ ਵਗੈਰਾ ਵੱਜਦੇ ਸਨ ਔਰ ਇਹ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਕਾਫੀ 70s ਦੇ ਵਿੱਚ ਕਾਫੀ ਰਹੀ ਹੈ। ਜਦੋਂ ਜਦੋਂ ਸਿੱਖਾਂ ਦੇ ਬਾਰੇ ਭਰਮ ਭੁਲੇਖੇ ਦੂਰ ਹੁੰਦੇ ਰਹੇ ਆ, ਇਹਨਾਂ ਦੀ ਆਇਡੈਂਟੀਟੀ ਜਿਹੜੀ ਆ ਉਹ ਖੁੱਲ੍ਹ ਕੇ ਬਾਹਰ ਆਈ ਆ, ਕਿਉਂਕਿ ਜਿਹੜੇ ਬਜ਼ੁਰਗ ਆਏ ਉਹ ਦੱਸਦੇ ਕਿ 80s ਤੋਂ ਪਹਿਲਾਂ ਬਹੁਤੇ ਸਾਨੂੰ ਜਿਹੜੇ ਆ ਹਿੰਦੂ ਸੱਦਦੇ ਹੁੰਦੇ ਸੀਗੇ ਸਿੱਖਾਂ ਨੂੰ, ਜਾਂ ਪਾਕੀ ਕਹਿ ਕੇ ਛੇੜਦੇ ਹੁੰਦੇ ਸੀਗੇ। ਨਸਲਵਾਦ ਬਹੁਤ ਭਾਰੂ ਸੀਗਾ, ਲੜਾਈਆਂ ਬਹੁਤ ਹੁੰਦੀਆਂ ਸੀਗੀਆਂ। 84 ਦੇ ਵਿੱਚ ਜਦੋਂ ਅਟੈਕ ਹੋਇਆ ਦਰਬਾਰ ਸਾਹਿਬ ਅਤੇ ਹੋਰ 37 ਗੁਰਧਾਮਾਂ ਦੇ ਉੱਤੇ ਸਿੱਖਾਂ ਦੇ ਨਾਲ ਜ਼ੁਲਮ ਹੋਇਆ, ਨਵੰਬਰ 84 ਦਾ ਕਤਲੇਆਮ ਹੋਇਆ, ਉਹ ਜਿਹੜੀਆਂ ਜਦੋਂ ਖਬਰਾਂ ਮੁੱਖ ਧਾਰਾ ਦੇ ਮੀਡੀਆ ਵਿੱਚ ਆਈਆਂ ਅਤੇ ਉਦੋਂ ਫਿਰ ਆਮ ਲੋਕਾਂ ਦੇ ਵਿੱਚ ਨੂੰ ਵੀ ਨਖੇੜਾ ਹੋ ਗਿਆ ਵੀ ਇਹ ਸਿੱਖ ਇੱਕ ਵੱਖਰੀ ਕੌਮ ਆ। ਅਤੇ ਜਿਹੜੇ ਪੋਲੀਟੀਸ਼ੀਅਨ ਸੀਗੇ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਪਤਾ ਲੱਗ ਗਿਆ। ਹੌਲੀ ਹੌਲੀ ਜਿਹੜੀ ਇਹ ਗੱਲ ਵੱਧਦੀ ਚਲੀ ਗਈ ਅਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਜਿਹੜੀ ਆ ਧਾਰਮਿਕ ਕੇਂਦਰਾਂ ਵਿੱਚ, ਸੱਭਿਆਚਾਰਕ ਕੇਂਦਰਾਂ ਵਿੱਚ, ਸੀਨੀਅਰ ਸੈਂਟਰਸ ਦੇ ਵਿੱਚ ਜਿਹੜੇ MLAs ਜਾਂ MP ਸੀਗੇ ਚੁਣੇ ਹੋਏ, ਉਹਨਾਂ ਦੀ ਵੱਧ ਦੇਖੀ ਗਈ ਹੈ। ਬੇਸ਼ੱਕ ਸਿੱਖ ਕਮਿਊਨਿਟੀ ਦੀ ਕੈਨੇਡੀਅਨ ਸਿਆਸਤ ਵਿੱਚ ਜਾਣ ਦੀ ਸ਼ੁਰੂਆਤ 1950 ਤੋਂ ਹੋ ਜਾਂਦੀ ਹੈ, ਪਰ ਬਾਅਦ ਵਿੱਚ ਵੀ ਕਮਿਊਨਿਟੀ ਦੀ ਗਿਣਤੀ ਵਧੀ ਅਤੇ ਸਿੱਖ ਸੂਬਿਆਂ ਦੀਆਂ ਵਿਧਾਨ ਸਭਾਵਾਂ ਤੱਕ ਪੁੱਜਣ 'ਚ ਕਾਮਯਾਬ ਰਹੇ ਤੇ 1993 'ਚ ਪਹਿਲਾ ਦਸਤਾਰਧਾਰੀ ਸਿੱਖ ਕੈਨੇਡੀਅਨ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹਨ 'ਚ ਕਾਮਯਾਬ ਰਿਹਾ। ਕੈਨੇਡਾ ਦੇ ਇਤਿਹਾਸ ਦੇ ਵਿੱਚ ਪਹਿਲੇ ਜਿਹੜੇ ਚੁਣੇ ਗਏ ਵਿਅਕਤੀ ਵੋਟ ਦੇ ਹੱਕ ਨਾਲ ਸਨ, ਉਹਨਾਂ ਦਾ ਨਾਮ ਨਿਰੰਜਨ ਸਿੰਘ ਗਰੇਵਾਲ ਸੀ। ਜੋਧਾ ਮਨਸੂਰਾ ਪਿੰਡ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪੈਂਦਾ, ਉੱਥੋਂ ਦੇ ਉਹ ਵਸਨੀਕ ਸਨ, ਕੈਨੇਡਾ ਆਏ ਸਨ। 1950 ਦੇ ਵਿੱਚ ਉਹਨਾਂ ਨੂੰ ਐਲਡਰਮੈਨ ਭਾਵ ਕਿ ਕੌਂਸਲਰ ਚੁਣਿਆ ਗਿਆ। ਮਿਸ਼ਨ ਦੇ ਵਿੱਚ ਇਹ ਮੌਕਾ ਮਿਲਿਆ। ਵਿਧਾਨ ਸਭਾਵਾਂ ਦੇ ਵਿੱਚ ਜੇ ਇਤਿਹਾਸ ਦੇਖੀਏ ਤਾਂ ਸਾਡੇ ਬੜੇ ਹੀ ਚੰਗੇ ਸਤਿਕਾਰਤ ਵਿਅਕਤੀ ਮਨਮੋਹਨ ਸਿੰਘ ਮੋਹਸਹੋਤਾ, ਜਿਹੜੇ ਕਿ ਵਿੱਦਿਆ ਮੰਤਰੀ BC ਦੇ ਰਹੇ ਨੇ, ਉਹ ਵਿਕਟੋਰੀਆ ਤੋਂ ਚੋਣ ਲੜੇ ਸਨ ਅਤੇ ਸਭ ਤੋਂ ਪਹਿਲਾਂ ਉਹਨਾਂ ਦੀ ਚੋਣ BC ਵਿਧਾਨ ਸਭਾ 'ਚ ਹੋਈ। ਮੈਂ 1993 ਵਿੱਚ ਖੁਦ ਐਜ਼ ਏ ਮੈਂਬਰ ਆਫ ਪਾਰਲੀਮੈਂਟ ਕੈਂਡੀਡੇਟ ਸੀਗਾ। ਮੈਂ ਹਰ ਧਾਲੀਵਾਲ ਔਰ ਆਪਣੇ ਗੁਰਬਖਸ਼ ਮੱਲੀ ਔਰ ਪ੍ਰੇਮ ਵਿਨਿੰਗ, ਅਸੀਂ 4 ਬੰਦੇ ਸਨ, ਜਿਹਨਾਂ ਵਿੱਚ ਅਸੀਂ 2 ਪਗੜੀ ਵਾਲੇ ਅਤੇ 2 ਬਗੈਰ ਪਗੜੀਆਂ ਦੇ ਸਨ। 93 ਇੱਕ ਬੜਾ ਲੱਕੀ ਸਾਲ ਸੀਗਾ ਜਿਹੜਾ ਫੈਡਰਲ ਤੌਰ 'ਤੇ ਸਾਡੀ ਕਮਿਊਨਿਟੀ ਨੂੰ ਇਹ ਉੱਥੇ ਦਾ ਜਿਹੜਾ ਦਰਵਾਜ਼ਾ ਖੁੱਲ੍ਹਿਆ। ਮੈਂ ਉਸ ਵਕਤ ਇਹ ਜਿਹੜੀ ਪੋਲੀਟਿਕਸ ਦੇ ਵਿੱਚ ਆਇਆ ਹੈਗਾ ਜ਼ਰੂਰ, ਅਤੇ ਲੇਕਿਨ ਉਸ ਵੇਲੇ ਜਿਹੜੀ ਸਾਡੀ ਕੈਂਪੇਨਿੰਗ ਸੀ ਬਹੁਤ ਮੁਸ਼ਕਿਲ ਸੀ। ਅਸੀਂ ਜੋ ਇੱਧਰ ਉੱਧਰ ਹੀ ਜਾਂਦੇ ਸਨ ਅਤੇ ਮੈਨੂੰ ਯਾਦ ਹੈ ਇੱਕ ਜਗ੍ਹਾ 'ਤੇ ਮੇਰੇ ਪਿੱਛੇ ਕੁੱਤੇ ਵੀ ਪੈ ਗਏ ਸੀਗੇ ਅਤੇ ਕੋਈ ਦਰਵਾਜ਼ੇ ਨਹੀਂ ਸੀ ਖੋਲ੍ਹਦੇ ਸਾਨੂੰ ਪਗੜੀ ਵਾਲਿਆਂ ਨੂੰ ਦੇਖ ਕੇ। ਸਿੱਖ ਕਮਿਊਨਿਟੀ ਦੀ ਸਮਾਜਿਕ ਪਹਿਚਾਣ ਅਤੇ ਸਿਆਸੀ ਸਫ਼ਰ 'ਚ ਸਭ ਤੋਂ ਵੱਡਾ ਯੋਗਦਾਨ ਪੰਜਾਬੀ ਅਖਬਾਰਾਂ ਤੇ ਮੀਡੀਆ ਦਾ ਵੀ ਰਿਹਾ, ਜਿਸ ਨੂੰ ਦਰਕਿਨਾਰ ਨਹੀਂ ਕੀਤਾ ਜਾ ਸਕਦਾ, ਜਿਸ ਰਾਹੀਂ ਆਪਣੇ ਭਾਈਚਾਰੇ ਵਿੱਚੋਂ ਨੁਮਾਇੰਦੇ ਚੁਣਨ ਅਤੇ ਇਕਜੁੱਟ ਹੋ ਕੇ ਉਹਨਾਂ ਨੂੰ ਇਲੈਕਟ ਕਰਨ ਦਾ ਸੁਨੇਹਾ ਭਾਈਚਾਰੇ 'ਚ ਦਿੱਤਾ ਗਿਆ ਅਤੇ ਪਾਰਟੀਆਂ ਦੀਆਂ ਪਾਲਿਸੀਆਂ ਬਾਰੇ ਵੀ ਕਮਿਊਨਿਟੀ ਨੂੰ ਆਪਣੀ ਮਾਂ ਬੋਲੀ ਪੰਜਾਬੀ 'ਚ ਪੜ੍ਹਨ ਦਾ ਮੌਕਾ ਮਿਲਿਆ। ਪਹਿਲਾਂ ਮੁੱਢਲੀ ਗੱਲ ਇਹ ਹੁੰਦੀ ਹੈ ਵੀ ਕੈਨੇਡਾ ਦੀ ਜਿਹੜੀ ਸਿਆਸਤ ਦਾ ਨੋਮੀਨੇਸ਼ਨ ਤੋਂ ਸ਼ੁਰੂ ਹੁੰਦੀ ਹੈ। ਜਦੋਂ ਕਿਸੇ ਪਾਰਟੀ ਨੇ ਉਮੀਦਵਾਰ ਖੜਾ ਕਰਨਾ ਹੁੰਦਾ, ਬਣਾਉਣਾ ਹੁੰਦਾ, ਉਹਦੇ ਵਾਸਤੇ ਇੱਕ ਚੋਣ ਹੁੰਦੀ ਆ ਪਾਰਟੀ ਦੇ ਵਿਦਨ
ਵੀ ਕਿਸੇ ਨੇ MLA ਜਾਂ MP ਖੜਨਾ, 2-3 ਕੈਂਡੀਡੇਟ ਆਪਸ ਵਿੱਚ ਭਿੜਦੇ ਆ ਪਹਿਲਾਂ, ਫਿਰ ਉਹ ਉਮੀਦਵਾਰ ਪਾਰਟੀ ਦਾ ਬਣਦਾ, ਉਦੋਂ ਬਾਅਦ ਵਿਰੋਧੀ ਪਾਰਟੀ ਵਾਲੇ ਦੇ ਨਾਲ ਭਿੜਦਾ, ਚੋਣ ਜਿੱਤ ਕੇ MLA ਜਾਂ MP ਬਣਦਾ। ਜਿਹੜੀ ਮੁੱਢਲੀ ਪ੍ਰਕਿਰਿਆ ਸੀ ਨਾਮਜ਼ਦਗੀ ਦੇ ਵਾਸਤੇ, ਜਿਹੜੀ ਨੋਮੀਨੇਸ਼ਨ ਦੇ ਵਾਸਤੇ ਜਿਹੜੀ ਚੋਣ ਹੁੰਦੀ ਆ, ਉਹਦੇ ਵਿੱਚ ਫਿਰ ਮੁੱਖ ਅਖਬਾਰ ਜਿਹੜੇ ਉਹੀ ਪ੍ਰਮੁੱਖ ਭੂਮਿਕਾ ਨਿਭਾਉਂਦੇ ਸੀਗੇ। ਜਿਹੜੇ ਅੱਡ-ਅੱਡ ਆਪਾਂ ਕਹਿ ਸਕਦੇ ਹਾਂ ਵੀ ਸਿਆਸਤਦਾਨ ਸੀਗੇ ਜਾਂ ਸਿਆਸਤ ਵਿੱਚ ਜਾਣਾ ਚਾਹੁੰਦੇ ਸੀਗੇ, ਉਹ ਅਖਬਾਰਾਂ ਦੇ ਰਾਹੀਂ ਆਪਣਾ ਜਿਹੜਾ ਨਜ਼ਰੀਆ ਲੋਕਾਂ ਤੱਕ ਪਹੁੰਚਾਉਂਦੇ ਸੀਗੇ ਵੀ ਮੈਂ ਆ। ਬਿਲਕੁਲ ਜੀ, ਹੁਣ ਜੇ ਮੰਨ ਲਓ ਵੀ ਕਹਿ ਲਓ ਇੱਕ ਅੱਧੇ MP ਤੋਂ ਲੈ ਕੇ 22 MP ਬਣ ਗਏ ਤੇ ਹਰੇਕ ਸੂਬੇ ਦੇ ਵਿੱਚ ਸਿੱਖ ਜਿਹੜੇ MLA ਬਣੇ ਆ, ਉਹਦੇ ਵਿੱਚ ਅਖਬਾਰਾਂ ਦਾ ਜਿਹੜਾ ਵੱਡਾ ਰੋਲ ਹੈਗਾ ਜੀ। ਬਾਕੀ ਮੀਡੀਆ ਦਾ ਤਾਂ ਹੈਗਾ ਹੀ ਹੈਗਾ, ਪਰ ਅਖਬਾਰ ਜਿਹੜੇ ਉਹਨਾਂ ਦਾ ਬਹੁਤ ਵੱਡਾ ਰੋਲ ਆ। ਸਿੱਖ ਕਮਿਊਨਿਟੀ ਆਪਣੇ ਇਤਿਹਾਸ, ਭਾਸ਼ਾ ਅਤੇ ਸੱਭਿਆਚਾਰ ਨੂੰ ਸੰਭਾਲਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਟਰਾਂਸਫਰ ਕਰਨ ਲਈ ਸ਼ਲਾਘਾਯੋਗ ਕੰਮ ਕਰ ਰਹੀ ਹੈ। ਕੈਨੇਡਾ ਵਿੱਚ ਸਿੱਖ ਜਿੱਥੇ ਸਮਾਜਿਕ ਤੌਰ 'ਤੇ ਸਥਾਪਿਤ ਹੋਏ, ਉੱਥੇ ਦਸਤਾਰ ਬੰਨ੍ਹ ਕੇ ਮੋਟਰਸਾਈਕਲ ਚਲਾਉਣ ਦੇ ਅਧਿਕਾਰ ਦੇ ਲਈ ਲੰਮੀ ਲੜਾਈ ਲੜੀ ਵੀ ਗਈ ਤੇ ਜਿੱਤੀ ਵੀ ਗਈ। ਇਹ ਫਿਲਹਾਲ ਵੀ ਜਾਰੀ ਹੈ। ਸਰਕਾਰਾਂ ਵੱਲੋਂ ਸਿੱਖ ਹੈਰੀਟੇਜ ਮੰਥ ਮਨਾਉਣ ਦਾ ਉਪਰਾਲਾ ਸ਼ਲਾਘਾਯੋਗ ਹੈ, ਪਰ ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਨੂੰ ਹੋਰ ਬਿਹਤਰ ਢੰਗ ਨਾਲ ਮਨਾਇਆ ਜਾ ਸਕਦਾ ਹੈ, ਜਿਸ ਲਈ ਕੋਸ਼ਿਸ਼ ਕਮਿਊਨਿਟੀ ਦੇ ਨੁਮਾਇੰਦਿਆਂ ਨੂੰ ਕਰਨੀ ਪਏਗੀ। ਦੇਖੋ, ਸਿੱਖ ਹੈਰੀਟੇਜ ਮੰਥ ਜਿਹੜਾ ਇੱਕ ਚੰਗਾ ਉਪਰਾਲਾ ਆ। ਮੈਂ ਇਸ ਤਰ੍ਹਾਂ ਸਮਝਦਾ ਵੀ ਇੱਕ ਜਿੱਦਾਂ ਵੀ ਕਹਿ ਲਓ ਗਿਆਨ ਵਧਾਉਣ ਵਾਸਤੇ, ਹੋਰਾਂ ਕਮਿਊਨਿਟੀਜ਼ ਦੇ ਵਿੱਚ ਦੱਸਣ ਵਾਸਤੇ ਇੱਕ ਚੰਗਾ ਉਪਰਾਲਾ ਆ। ਪਰ ਇਹਦੇ ਰਾਹੀਂ ਜੋ ਹੋਣਾ ਅਸਲ ਵਿੱਚ ਚਾਹੀਦਾ ਆ, ਉਹ ਸਿਰਫ ਸੀਮਤ ਕਰ ਦਿੱਤਾ ਗਿਆ, ਥੋੜ੍ਹੀ ਗੱਲ ਤੱਕ ਹੀ ਰੱਖਿਆ ਗਿਆ ਆ। ਉਹਦੇ ਵੱਲ ਕੋਈ ਬਹੁਤੀਆਂ ਕੋਸ਼ਿਸ਼ਾਂ ਨਹੀਂ ਹੁੰਦੀਆਂ। ਖਾਨਾ ਪੂਰਤੀ ਜੇ ਬਣਾ ਦਿੱਤੀ ਗਈ ਆ ਵੀ ਹਾਂ ਸਿੱਖ ਹੈਰੀਟੇਜ ਮੰਥ ਮਨਾ ਲਿਆ, ਪਰ ਜਿਹੜੀਆਂ ਦਰਪੇਸ਼ ਸਮੱਸਿਆਵਾਂ ਆ, ਨਾ ਤਾਂ ਸਿੱਖ ਹੈਰੀਟੇਜ ਮੰਥ ਦੇ ਦੌਰਾਨ ਭਾਈਚਾਰਾ ਉਹਨਾਂ ਨੂੰ ਬਹਿ ਕੇ ਜਿਹੜਾ ਆ ਗੋਲਦਾ ਆ, ਆਪਸ ਵਿੱਚ ਵਿਚਾਰਦਾ ਆ, ਤੇ ਨਾ ਹੀ ਫਿਰ ਕੋਈ ਇਹੋ ਜਿਹੀ ਗੱਲਬਾਤ ਕੱਢ ਕੇ ਰੜਕ ਕੇ ਮੁੱਖ ਧਾਰਾ ਦੇ ਪੋਲੀਟੀਸ਼ੀਅਨਾਂ ਤੱਕ ਰੱਖੀ ਜਾਂਦੀ ਹੈ ਵੀ ਸਿੱਖ ਹੈਰੀਟੇਜ ਮੰਥ ਦੇ ਵਿੱਚ ਦੇਖਿਆ ਕਿ ਸਾਲ 2022 ਦੇ ਵਿੱਚ ਸਿੱਖਾਂ ਨੂੰ ਆਹ ਸਮੱਸਿਆਵਾਂ ਆਈਆਂ ਜਾਂ ਸਿੱਖਾਂ ਨੂੰ ਆਹ ਘਾਟਾਂ ਸੀਗੀਆਂ, ਅਸੀਂ ਆਹ ਚੀਜ਼ ਜਿਹੜੀ ਆ ਉਹ ਚਾਹੁੰਦੇ ਹਾਂ ਤੁਹਾਡੇ ਕੋਲੋਂ ਵੀ ਤੁਸੀਂ ਪੂਰੀ ਹੋਵੋ। ਸਿਰਫ ਇੱਕ ਖਾਨਾ ਪੂਰਤੀ ਜਿਹੜੀ ਕਰ ਲਈ ਜਾਂਦੀ ਹੈ ਵੀ ਸਿੱਖ ਹੈਰੀਟੇਜ ਮੰਥ ਮਨਾ ਲਿਆ ਤੇ ਜਦੋਂ ਆਪੇ ਹੀ ਮਨਾ ਲਿਆ, ਆਪੇ ਖੁਸ਼ ਹੋ ਲਏ। ਉਹਦੇ ਵਿੱਚੋਂ ਕੱਢਣ ਪਾਉਣ ਨੂੰ ਜਿਹੜਾ ਬਹੁਤਾ ਕੁਝ ਹੈ ਨਹੀਂ ਗਾ, ਇੱਕ ਸਿਰਫ ਫੋਕੀ ਵਾਹ ਤੱਕ ਜ਼ਿਆਦਾ ਸੀਮਤ ਹੋ ਕੇ ਰਹਿ ਗਿਆ। ਪਰ ਫਿਰ ਵੀ ਇਹਦੀ ਰੈਲੇਵੈਂਸ ਹੈਗੀ ਆ, ਇਤਿਹਾਸ ਵਿੱਚ ਚੀਜ਼ਾਂ ਦਰਜ ਹੋ ਰਹੀਆਂ। ਪਰ ਇਸ ਮਹੀਨੇ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਹੋਰ ਲੋਕਾਂ ਤੱਕ ਪਹੁੰਚਾਉਣ ਵਾਸਤੇ ਵਰਤਿਆ ਜਾ ਸਕਦਾ ਆ। ਕੋਈ ਸਰਕਾਰ ਤੋਂ ਗ੍ਰਾਂਟਾਂ ਵੀ ਲਈਆਂ ਜਾ ਸਕਦੀਆਂ, ਸਰਕਾਰ ਨੂੰ ਵਰਤਿਆ ਜਾ ਸਕਦਾ, ਇੱਥੋਂ ਤੱਕ ਜਿਹੜੇ ਆਪਣੇ ਮਸਲੇ ਉਹ ਬਾਰੇ ਜਾ ਸਕਦੇ ਆ। ਉਸ ਲੈਵਲ ਦੇ ਉੱਤੇ ਬਹੁਤਾ ਕੁਛ ਨਹੀਂ ਹੋ ਰਿਹਾ ਜੀ। ਚੈਨਲ ਪੰਜਾਬੀ ਦੇ तमाम ਦਰਸ਼ਕਾਂ ਅਤੇ ਪੂਰੀ ਦੁਨੀਆ 'ਚ ਵਸਦੀ ਸਿੱਖ ਕਮਿਊਨਿਟੀ ਨੂੰ ਸਿੱਖ ਹੈਰੀਟੇਜ ਮੰਥ ਦੀਆਂ ਬਹੁਤ-ਬਹੁਤ ਵਧਾਈਆਂ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।